ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਅਸੀਂ ਸਾਇੰਸ ਵਿਸ਼ੇ ਦੇ 6ਵੀਂ ਕਲਾਸ ਦਾ ਪਹਿਲਾ ਪਾਠ ਭੋਜਨ ਇਹ ਕਿੱਥੋਂ ਆਉਂਦਾ ਹੈ ਨੂੰ ਵਿਸਥਾਰਪੂਰਵਕ ਕਰਨ ਜਾ ਰਹੇ ਹਾਂ। ਭੋਜਨ ਦੀ ਜ਼ਰੂਰਤ ਕੀ ਹੈ? ਮੇਰੇ ਮਨ 'ਚ ਇਹ ਸਭ ਤੋਂ ਪਹਿਲਾ ਸਵਾਲ ਆ ਰਿਹਾ ਹੈ। ਆਓ ਇਸ ਸਵਾਲ ਨੂੰ ਜਾਣਨ ਲਈ ਅਸੀਂ ਕੁਝ ਅਧਿਆਪਕਾਂ ਦੇ ਨਾਲ ਵਿਚਾਰ ਵਟਾਂਦਰਾ ਕਰੀਏ ਕਿ ਭੋਜਨ ਦੀ ਜ਼ਰੂਰਤ ਕੀ ਹੈ। प्यारे बच्चों, रोटी खानी अपने वास्ते इस करके जरूरी है क्योंकि भगवान ने आपां नूं पेट दिता है। जिवें अपने शरीर विच बाकी अंग ने एक पेट अपने शरीर दा एक हिस्सा है, तां ओनू भरन वास्ते आपां रोटी खाने आ। ਇਹ किस काम आंदी है? रोटी खाने नाल आपां नूं ऊर्जा मिलदी है। अपने सारे शरीर दी जिहड़ा विकास है, ਜਿਹੜੀ ਗਰੋਥ ਹੈ ਉਹ ਆਪਾਂ ਨੂੰ ਖਾਣਾ ਖਾਣ ਨਾਲ ਮਿਲਦੀ ਹੈ। ਸਾਰੇ ਬੋਡੀ ਦੇ ਜਿਹੜੇ ਸੈਲਸ ਨੇ ਉਹਨਾਂ ਵਿੱਚ ਖਾਣਾ ਪਹੁੰਚਦਾ ਹੈ ਖੂਨ ਦੇ ਜ਼ਰੀਏ ਤੇ ਉਹਦੇ ਨਾਲ ਆਪਣੇ ਸਰੀਰ ਦਾ ਵਿਕਾਸ ਹੁੰਦਾ ਹੈ, ਆਪਾਂ ਨੂੰ ਊਰਜਾ ਮਿਲਦੀ ਹੈ। ਡੇਲੀ ਆਪਣੇ ਕੰਮ ਕਰਨ ਵਾਸਤੇ ਆਪਾਂ ਨੂੰ ਉਸ ਊਰਜਾ ਦੀ ਜ਼ਰੂਰਤ ਹੁੰਦੀ ਹੈ। ਸਾਨੂੰ ਰੋਟੀ ਇਸ ਕਰਕੇ ਖਾਣੀ ਚਾਹੀਦੀ ਹੈ ਤਾਂ ਜੋ ਰੋਟੀ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਤਾਕਤ ਦੇ ਨਾਲ ਅਸੀਂ ਆਪਣੇ ਦਿਨਚਰਿਆ ਕੰਮ ਨੂੰ ਵਧੀਆ ਢੰਗ ਨਾਲ ਕਰ ਸਕਦੇ ਹਾਂ। ਆਪਾਂ ਰੋਟੀ ਇਸ ਕਰਕੇ ਖਾਂਦੇ ਆ ਜਿਵੇਂ ਸੂਰਜ ਤੋਂ ਆਪਾਂ ਨੂੰ ਊਰਜਾ ਮਿਲਦੀ ਹੈ, ਰੋਟੀ ਖਾਣ ਨਾਲ ਵੀ ਆਪਾਂ ਨੂੰ ਊਰਜਾ ਮਿਲਦੀ ਹੈ। ਆਪਾਂ ਨਿੱਕੇ ਤੋਂ ਵੱਡੇ ਹੋ ਜਾਂਦੇ ਹੈਗੇ ਆ, ਇਹ ਰੋਟੀ ਕਰਕੇ ਹੀ ਹੈ। ਆਪਣਾ ਸਰੀਰਕ ਸਤਰ ਤੇ ਮਾਨਸਿਕ ਸਤਰ ਤੇ ਵਿਕਾਸ ਹੁੰਦਾ ਰੋਟੀ ਖਾਣ ਨਾਲ। ਸਾਨੂੰ ਭੋਜਨ ਤੋਂ ਊਰਜਾ ਮਿਲਦੀ ਹੈ। ਅਸੀਂ ਜਿੰਨੀਆਂ ਵੀ ਆਪਣੀਆਂ ਸਰੀਰ ਦੀਆਂ ਕਿਰਿਆਵਾਂ ਕਰਦੇ ਆ, ਜਿੱਦਾਂ ਆਪਾਂ ਖੇਡਦੇ ਆ, ਉਹਦੇ ਲਈ ਵੀ ਸਾਨੂੰ ਭੋਜਨ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਸਾਨੂੰ ਜਿਹੜਾ ਹੈ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਸਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਤਾਂ ਕਿ ਸਾਡੀ ਸਰੀਰਕ ਦੀਆਂ ਸਾਰੀਆਂ ਕਿਰਿਆਵਾਂ ਜਿਹੜੀਆਂ ਸੁਚਾਰੂ ਢੰਗ ਨਾਲ ਚੱਲਦੀਆਂ ਰਹਿਣ। ਸਾਡੇ ਸਰੀਰਕ ਵਾਧੇ ਵਾਸਤੇ ਵੀ ਭੋਜਨ ਦੀ ਜ਼ਰੂਰਤ ਹੁੰਦੀ ਹੈ ਔਰ ਸਾਨੂੰ ਊਰਜਾ ਪ੍ਰਦਾਨ ਭੋਜਨ ਹੀ ਕਰਦਾ ਹੈ। ਭੋਜਨ ਸਾਨੂੰ ਊਰਜਾ ਪ੍ਰਦਾਨ ਕਰਦਾ ਹੈ। ਸਰੀਰਕ ਵਾਧੇ ਲਈ ਅਤੇ ਤੰਦਰੁਸਤੀ ਲਈ ਸਾਨੂੰ ਹਮੇਸ਼ਾ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਸੰਤੁਲਿਤ ਭੋਜਨ ਵਿੱਚ ਹਰੇਕ ਪ੍ਰਕਾਰ ਦੇ ਜਿਹੜੇ ਤੱਤ ਉਹ ਪਾਏ ਜਾਂਦੇ ਹਨ। ਭੋਜਨ ਸਾਨੂੰ ਜਿੰਦਾ ਰਹਿਣ ਵਾਸਤੇ ਬਹੁਤ ਜ਼ਰੂਰੀ ਹੈ। ਇਸ ਕਰਕੇ ਸਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਕਿਉਂਕਿ ਸੰਤੁਲਿਤ ਭੋਜਨ ਖਾਣ ਦੇ ਨਾਲ ਸਾਡੇ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਜਿਹੜੀਆਂ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਨਿਭਾ ਸਕਦੇ ਹਾਂ, ਕਰ ਸਕਦੇ ਹਾਂ। ਤੇ ਇਸ ਤੋਂ ਇਲਾਵਾ ਹੋਰ ਵੀ ਜਿੰਦਾ ਰਹਿਣ ਵਾਸਤੇ, ਤੁਰਨ ਫਿਰਨ ਵਾਸਤੇ ਵੀ ਸਾਨੂੰ ਜਾਂ ਜ਼ਿੰਦਗੀ ਦਾ ਕੋਈ ਵੀ ਕੰਮ ਕਰਨ ਵਾਸਤੇ ਸਾਨੂੰ ਭੋਜਨ ਦੀ ਜ਼ਰੂਰਤ ਹੈ। ਭੋਜਨ ਸਾਡੇ ਜੀਵਾਂ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਹ ਸਾਡੀ ਮੁੱਢਲੀ ਜ਼ਰੂਰਤ ਹੈ। ਭੋਜਨ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ ਜੋ ਸਾਨੂੰ ਊਰਜਾ ਵੀ ਪ੍ਰਦਾਨ ਕਰਦੇ ਹਨ ਅਤੇ ਬਹੁਤ ਸਾਰੀ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਜਿਵੇਂ ਅੱਜ ਕੱਲ੍ਹ ਕੋਵਿਡ ਫੈਲਿਆ ਹੋਇਆ ਹੈ, ਸੋ ਇਸ ਤੋਂ ਵੀ ਬਚਣ ਲਈ ਜਾਂ ਅਜਿਹੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਭੋਜਨ ਜੋ ਸੰਤੁਲਿਤ ਭੋਜਨ ਹੈ ਉਹ ਖਾਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਵਿਚਾਰ ਗੋਸ਼ਟੀ ਤੋਂ ਸਾਨੂੰ ਇਹ ਪਤਾ ਲੱਗਾ ਕਿ ਭੋਜਨ ਤੋਂ ਸਾਨੂੰ ਊਰਜਾ ਪ੍ਰਦਾਨ ਹੁੰਦੀ ਹੈ, ਤਾਕਤ ਮਿਲਦੀ ਹੈ, ਸ਼ਕਤੀ ਮਿਲਦੀ ਹੈ। ਤੰਦਰੁਸਤ ਜੀਵਨ ਲਈ ਸਾਨੂੰ ਇੱਕ ਸੰਤੁਲਿਤ ਭੋਜਨ ਦੀ ਜ਼ਰੂਰਤ ਹੁੰਦੀ ਹੈ। ਸਾਡੇ ਅਗਰ ਕਿਤੇ ਕੋਈ ਸੱਟ ਲੱਗ ਜਾਂਦੀ ਹੈ ਤਾਂ ਉਸ ਨੂੰ ਠੀਕ ਕਰਨ ਵਿੱਚ ਵੀ ਭੋਜਨ ਹੀ ਜਿਹੜਾ ਹੈ ਸਾਡਾ ਸਹਾਇਕ ਹੁੰਦਾ ਹੈ। ਦੁਨੀਆ ਭਰ ਦੇ ਰੋਗ ਸਾਡੇ ਤੇ ਅਟੈਕ ਕਰ ਰਹੇ ਹਨ। ਹਰ ਇੱਕ ਰੋਗ ਤੋਂ ਲੜਨ ਦੀ ਤਾਕਤ ਸਾਨੂੰ ਭੋਜਨ ਪ੍ਰਦਾਨ ਕਰਦਾ ਹੈ। ਹੁਣ ਮੇਰੇ ਮਨ 'ਚ ਦੂਸਰਾ ਸਵਾਲ ਆਇਆ ਕਿ ਅਸੀਂ ਹਰ ਵਕਤ ਹਰ ਇੱਕ ਵਿਅਕਤੀ ਇੱਕੋ ਹੀ ਭੋਜਨ ਕਰਦਾ ਹੈ? ਆਓ ਹੁਣ ਆਪਾਂ ਇਹਦੇ ਤੇ ਵਿਚਾਰ ਚਰਚਾ ਕਰਦੇ ਹਾਂ। ਅੱਜ ਬ੍ਰੇਕਫਾਸਟ ਵਿੱਚ ਮੈਂ ਦਾਲ ਨਾਲ ਫੁਲਕਾ ਖਾਇਆ ਔਰ ਇੱਕ ਕੱਪ ਚਾਹ। डिनर ਵਿੱਚ ਮੈਂ ਪਨੀਰ ਭੁਰਜੀ ਨਾਲ 2 ਫੁਲਕੇ, ਉਸ ਤੋਂ ਬਾਅਦ ਮੈਂ 1 ਗਲਾਸ ਦੁੱਧ ਦਾ ਪੀਤਾ ਸੀ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ। ਔਰ ਅੱਜ ਮਾਰਨਿੰਗ 'ਚ ਮੈਂ 1 ਬ੍ਰੈਡ ਟੋਸਟ ਲਿਆ ਸੀ ਔਰ ਨਾਲ 1 ਗਲਾਸ ਦੁੱਧ। ਰਾਤ ਨੂੰ ਡਿਨਰ 'ਚ ਮੈਂ ਰੋਟੀ, ਦਾਲ ਔਰ ਭਿੰਡੀ ਦੀ ਸਬਜ਼ੀ ਲਈ ਔਰ ਬਾਅਦ 'ਚ ਸਵੀਟ ਡਿਸ਼ ਖੀਰ ਖਾਧੀ। ਮੈਂ ਅੱਜ ਮਾਰਨਿੰਗ ਦੇ ਵਿੱਚ ਆਲੂ ਵਾਲਾ ਪਰੌਂਠਾ ਖਾਧਾ ਹੈ ਤੇ ਨਾਲ ਹਲਦੀ ਵਾਲਾ ਦੁੱਧ ਪੀਤਾ। ਰਾਤ ਨੂੰ ਮੈਂ ਚਿਕਨ ਦੇ ਨਾਲ ਰੋਟੀ ਖਾਧੀ। ਮੈਂ ਖਾਣੇ ਦੇ ਵਿੱਚ ਬਹੁਤ ਹੀ ਪ੍ਰੋਟੀਨ ਦੇ ਨਾਲ ਭਰਪੂਰ ਡਾਈਟ ਲਈ ਹੈ। ਚਿਕਨ ਮੈਂ ਲਿਆ ਸੀ, ਉਹਦੇ ਨਾਲ ਰਾਈਸ ਲਏ ਸੀ ਤੇ ਉਹਦੇ ਨਾਲ ਚਪਾਤੀ ਤੇ ਸੈਲਡ। ਮੈਂ ਖਾਣੇ ਵਿੱਚ ਆਂਡਿਆਂ ਦੀ ਭੁਰਜੀ, ਦਾਲ, ਚਾਵਲ ਤੇ ਫੁਲਕਾ ਲਿਆ ਔਰ ਉਹਦੇ ਨਾਲ ਸੈਲਡ ਲਿਆ ਸੀਗਾ। ਸੈਲਡ ਜਿਹੜਾ ਸਾਨੂੰ ਆਪਣੇ ਖਾਣੇ 'ਚ ਜ਼ਰੂਰ ਖਾਣਾ ਚਾਹੀਦਾ। ਮੈਂ ਤੇ ਵੈਸੇ ਅਕਸਰ ਹੀ ਖਾਂਦੀ ਹਾਂ। ਕੱਲ ਮੈਂ ਖਾਣੇ ਦੇ ਵਿੱਚ ਜਿਹੜਾ ਹੈ ਚਿਕਪੀਸ ਜਿਹੜੇ ਆ ਕਾਬਲੀ ਚਨੇ ਤੇ ਨਾਲ ਦਹੀਂ ਤੇ ਸੈਲਡ ਲਿਆ ਸੀ। ਔਰ ਸਵੇਰੇ ਮੈਂ ਜਿਹੜੇ ਆ ਓਟਸ ਦੀ ਜਿਹੜਾ ਹੈ ਉਹ ਬ੍ਰੇਕਫਾਸਟ ਕਰਦੀ ਹਾਂ, ਜਿਹੜਾ ਕਿ ਬਹੁਤ ਹੀ ਪ੍ਰੋਟੀਨ ਭਰਪੂਰ ਜਿਹੜਾ ਉਹ ਖਾਣਾ ਹੈ।
ਕੱਲ ਰਾਤ ਨੂੰ ਮੈਂ ਕਰੇਲਿਆਂ ਦੀ ਸਬਜ਼ੀ ਨਾਲ ਦਹੀਂ ਤੇ ਉਸ ਤੋਂ ਬਾਅਦ ਦੁੱਧ ਹਲਦੀ ਪਾ ਕੇ ਪੀਤਾ, ਕਿਉਂਕਿ ਜਿਹੜੀ ਇਮਿਊਨਿਟੀ ਇਸ ਸਮੇਂ 'ਚ ਸਟਰੋਂਗ ਹੋਵੇ। ਫਿਰ ਮਾਰਨਿੰਗ ਓਟਸ ਪਾ ਕੇ ਦੁੱਧ ਦੇ ਵਿੱਚ ਲਏ ਤੇ ਥੋੜੇ ਜਿਹੇ ਬ੍ਰੈਡ ਲਏ ਤੇ ਉਸ ਤੋਂ ਬਾਅਦ ਫਿਰ ਚਾਹ ਪੀਤੀ। ਰਾਜਮਾ ਚਾਵਲ, ਸਲਾਦ ਐਂਡ ਦਹੀਂ ਖਾਦਾ ਸੀ ਮੈਂ ਰਾਤ ਨੂੰ। ਦਾਲ ਪ੍ਰਸ਼ਾਦਾ ਰਾਤ ਨੂੰ ਖਾਦੇ ਸੀਗਾ। ਅਰਬੀ ਰੋਟੀਆਂ, ਸਲਾਦ ਤੇ ਦਹੀਂ ਖਾਦਾ ਸੀ ਰਾਤ ਨੂੰ ਮੈਂ। ਇਸ ਵਿਚਾਰ ਚਰਚਾ ਤੋਂ ਸਾਨੂੰ ਇਹ ਸਿੱਧ ਹੋਇਆ ਕਿ ਹਰ ਇੱਕ ਵਿਅਕਤੀ ਹਰ ਵਕਤ ਹਰ ਵੱਖਰੀ ਜਗ੍ਹਾ ਤੇ ਵੱਖਰੇ ਕਿਸਮ ਦਾ ਭੋਜਨ ਕਰਦਾ ਹੈ। ਭੋਜਨ ਦੀ ਜ਼ਰੂਰਤ ਸਾਨੂੰ ਸਮਝ ਲੱਗ ਗਈ, ਭੋਜਨ ਦੀਆਂ ਕਿਸਮਾਂ ਸਾਨੂੰ ਪਤਾ ਚੱਲ ਗਿਆ। ਇਸੇ ਆਧਾਰ ਤੇ ਆਓ ਅਸੀਂ ਹੁਣ ਕੁਝ ਅਭਿਆਸ ਦੇ ਪ੍ਰਸ਼ਨ ਉੱਤਰ ਕਰੀਏ। ਪਹਿਲਾ ਪ੍ਰਸ਼ਨ, ਭੋਜਨ ਪਦਾਰਥਾਂ ਨੂੰ ਤਿਆਰ ਕਰਨ ਲਈ ਲੋੜੀਂਦੀਆਂ ਵਸਤੂਆਂ ਨੂੰ ਕੀ ਕਹਿੰਦੇ ਹਨ? ਜੋ ਅਸੀਂ ਭੋਜਨ ਬਣਾਉਂਦੇ ਹਾਂ, ਹਰ ਭੋਜਨ ਨੂੰ ਤਿਆਰ ਕਰਨ ਵਾਸਤੇ ਸਾਨੂੰ ਕੋਈ ਨਾ ਕੋਈ ਵਸਤੂਆਂ ਚਾਹੀਦੀਆਂ ਹੁੰਦੀਆਂ ਹਨ। ਉਹਨਾਂ ਵਸਤੂਆਂ ਦਾ ਕੀ ਨਾਮ ਹੈ? ਇਸ ਦਾ ਉੱਤਰ ਹੋਏਗਾ, ਭੋਜਨ ਪਦਾਰਥਾਂ ਨੂੰ ਤਿਆਰ ਕਰਨ ਲਈ ਲੋੜੀਂਦੀਆਂ ਵਸਤੂਆਂ ਨੂੰ ਸਮੱਗਰੀ ਕਹਿੰਦੇ ਹਨ। ਸਮੱਗਰੀ ਨੂੰ ਅਸੀਂ ਇੰਗਲਿਸ਼ ਲੈਂਗੁਏਜ ਦੇ ਵਿੱਚ ਇਨਗਰੀਡੀਐਂਟਸ ਕਹਿੰਦੇ ਹਾਂ। ਇਸ ਨੂੰ ਸਮਝਣ ਵਾਸਤੇ ਆਓ ਇੱਕ ਪਨੀਰ ਦੀ ਸਬਜ਼ੀ ਨੂੰ ਲੈ ਕੇ ਉਦਾਹਰਣ ਲੈਂਦੇ ਹਾਂ। ਸਾਨੂੰ ਪਤਾ ਹੈ ਕਿ ਪਨੀਰ ਦੀ ਸਬਜ਼ੀ ਨੂੰ ਤਿਆਰ ਕਰਨ ਵਾਸਤੇ ਜੋ ਸਾਨੂੰ ਜ਼ਰੂਰਤ ਹੈ ਉਹ ਹੈ, ਸਭ ਤੋਂ ਪਹਿਲਾਂ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ, ਪਨੀਰ ਦੀ ਸਬਜ਼ੀ ਹੈ ਤਾਂ ਪਨੀਰ ਤੇ ਚਾਹੀਦਾ ਹੀ ਹੈ। ਪਨੀਰ ਦੇ ਨਾਲ ਸਾਨੂੰ ਹੋਰ ਕੀ ਚਾਹੀਦਾ ਹੈ? ਮਸਾਲੇ। ਮਸਾਲੇ ਸਾਨੂੰ ਵੱਖਰੇ ਵੱਖਰੇ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ। ਤੀਸਰਾ, ਸਾਨੂੰ ਤੇਲ ਜਾਂ ਘਿਓ ਚਾਹੀਦਾ ਹੈ ਅਤੇ ਚੌਥਾ, ਸਾਨੂੰ ਪਨੀਰ ਦੀ ਸਬਜ਼ੀ ਤਿਆਰ ਕਰਨ ਲਈ ਪਾਣੀ ਚਾਹੀਦਾ ਹੈ। ਪਨੀਰ, ਮਸਾਲੇ, ਤੇਲ ਅਤੇ ਪਾਣੀ ਉਹ ਸਮੱਗਰੀ ਹੈ ਜਿਸ ਦੀ ਸਹਾਇਤਾ ਨਾਲ ਅਸੀਂ ਪਨੀਰ ਦੀ ਸਬਜ਼ੀ ਨੂੰ ਤਿਆਰ ਕਰ ਸਕਦੇ ਹਾਂ। ਪ੍ਰਸ਼ਨ ਦੂਸਰਾ, ਖੀਰ ਬਣਾਉਣ ਲਈ ਕਿਹੜੀ ਸਮੱਗਰੀ ਵਰਤੀ ਜਾਂਦੀ ਹੈ? ਖੀਰ ਦਾ ਨਾਮ ਸੁਣ ਕੇ ਹੀ ਬਹੁਤ ਵਿਦਿਆਰਥੀਆਂ ਦੇ ਮੂੰਹ 'ਚ ਪਾਣੀ ਆ ਗਿਆ ਹੋਵੇਗਾ। ਅਸੀਂ ਆਮ ਤੌਰ ਤੇ ਮਿਡ ਡੇ ਮੀਲ ਦੇ ਵਿੱਚ ਵੀ ਖੀਰ ਦੀ ਵਰਤੋਂ ਕਰਦੇ ਹਾਂ, ਖੀਰ ਸਕੂਲ ਦੇ ਵਿੱਚ ਵੀ ਖਾਂਦੇ ਹਾਂ। ਖੀਰ ਨੂੰ ਬਣਾਉਣ ਵਾਸਤੇ ਸਾਨੂੰ ਸਭ ਨੂੰ ਪਤਾ ਹੈ ਕਿ ਚੌਲ, ਦੁੱਧ ਅਤੇ ਖੰਡ ਸਮੱਗਰੀ ਵਜੋਂ ਵਰਤੀ ਜਾਂਦੀ ਹੈ। ਇਸ ਨੂੰ ਅਸੀਂ ਇੱਕ ਚਿੱਤਰ ਰਾਹੀਂ ਵੀ ਸਮਝ ਸਕਦੇ ਹਾਂ। ਖੀਰ ਸਾਨੂੰ ਚਿੱਤਰ 'ਚ ਦਿਖਾਈ ਦੇ ਰਹੀ ਹੈ, ਰੰਗ ਤੋਂ ਹੀ ਪਤਾ ਲੱਗ ਰਿਹਾ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਪਾਇਆ ਹੋਏਗਾ? ਦੁੱਧ। ਦੂਸਰਾ, ਮਿੱਠੀ ਹੁੰਦੀ ਹੈ ਤੇ ਮਿੱਠੇ ਵਾਸਤੇ ਕੀ ਚਾਹੀਦੀ ਹੈ? ਖੰਡ। ਅਤੇ ਤੀਸਰਾ, ਇਸ ਦੇ ਵਿੱਚ ਕੀ ਹੁੰਦੇ ਹਨ? ਚਾਵਲ। ਦੁੱਧ, ਖੰਡ, ਚਾਵਲ ਉਹ ਸਮੱਗਰੀ ਹੈ ਜੋ ਮੁੱਖ ਰੂਪ ਦੇ ਵਿੱਚ ਖੀਰ ਬਣਾਉਣ ਦੇ ਵਿੱਚ ਸਹਾਈ ਹੁੰਦੀ ਹੈ। ਪ੍ਰਸ਼ਨ ਤੀਸਰਾ, ਪੌਦੇ ਦਾ ਉਹ ਭਾਗ ਜੋ ਭੋਜਨ ਵਜੋਂ ਵਰਤਿਆ ਜਾਂਦਾ ਹੈ ਕੀ ਅਖਵਾਉਂਦਾ ਹੈ? ਇਸ ਪ੍ਰਸ਼ਨ ਦੇ ਨਾਲ ਹੀ ਆਪਾਂ ਉੱਤਰ ਤੋਂ ਸਮਝ ਲੈਂਦੇ ਹਾਂ ਕਿ ਉਹ ਭਾਗ ਜੋ ਭੋਜਨ ਵਜੋਂ ਵਰਤਿਆ ਜਾਂਦਾ ਹੈ ਉਹ ਖਾਣ ਯੋਗ ਭਾਗ ਅਖਵਾਉਂਦਾ ਹੈ, ਜਿਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਐਡੀਬਲ ਪਾਰਟਸ ਆਫ ਦਾ ਪਲਾਂਟ ਕਹਿੰਦੇ ਹਾਂ ਜਾਂ ਫਿਰ ਈਟੇਬਲ ਪਾਰਟਸ ਆਫ ਦਾ ਪਲਾਂਟ ਕਹਿੰਦੇ ਹਾਂ। ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਾਸਤੇ ਪਹਿਲਾਂ ਆਓ ਇੱਕ ਪੌਦੇ ਦਾ ਚਿੱਤਰ ਦੇਖੀਏ। ਪੌਦੇ ਦੇ ਚਿੱਤਰ ਦੇ ਵਿੱਚ ਸਾਨੂੰ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਇੱਕ ਸਾਡੇ ਕੋਲ ਸਭ ਤੋਂ ਥੱਲੇ ਖੱਬੇ ਹੱਥ ਰੂਟਸ ਯਾਨੀ ਕਿ ਜੜ੍ਹਾਂ ਹਨ। ਜੜ ਹਮੇਸ਼ਾ ਮਿੱਟੀ ਦੇ ਵਿੱਚ ਪਾਈ ਜਾਂਦੀ ਹੈ। ਮਿੱਟੀ ਦੇ ਉੱਪਰ ਸਾਡੇ ਕੋਲ ਸਭ ਤੋਂ ਪਹਿਲਾਂ ਤਣਾ ਨਿਕਲਦਾ ਦਿਖਾਈ ਦਿੰਦਾ ਹੈ। ਤਣੇ ਦੇ ਉੱਤੇ ਹਰੇ ਹਰੇ ਰੰਗ ਦੇ ਪੱਤੇ ਲੱਗੇ ਹੋਏ ਹਨ, ਫੁੱਲ ਲੱਗਾ ਹੋਇਆ ਹੈ, ਫਲਾਰ, ਅਤੇ ਫਲ ਲੱਗੇ ਹੁੰਦੇ ਹਨ, ਫਰੂਟ। ਇੱਕ ਪੌਦੇ ਦੇ ਮੁੱਖ ਰੂਪ ਦੇ ਵਿੱਚ ਇਹ 5 ਭਾਗ ਹੁੰਦੇ ਹਨ। ਇਹ ਹਰ ਇੱਕ ਪੌਦੇ ਦੇ ਅੰਦਰ ਜ਼ਿਆਦਾਤਰ ਕੋਈ ਨਾ ਕੋਈ 1 ਜਾਂ 2 ਭਾਗ ਹੁੰਦੇ ਹਨ
ਜਿਨ੍ਹਾਂ ਨੂੰ ਅਸੀਂ ਆਪਣੇ ਭੋਜਨ ਦੇ ਰੂਪ ਦੇ ਵਿੱਚ ਵਰਤਦੇ ਹਾਂ। ਕਿਸੇ ਪੌਦੇ ਦੀਆਂ ਜੜ੍ਹਾਂ, ਕਿਸੇ ਦਾ ਤਣਾ, ਕਿਸੇ ਦੇ ਪੱਤੇ, ਕਿਸੇ ਦਾ ਫੁੱਲ ਤੇ ਜਾਂ ਫਿਰ ਕਿਸੇ ਦੇ ਫਲ। ਇਹ ਪੌਦਾ ਨੂੰ ਤਿਆਰੀ ਕਰਨ ਵਾਸਤੇ ਜੋ ਸਾਨੂੰ ਚਾਹੀਦਾ ਹੈ, ਜਿਸ ਨੂੰ ਅਸੀਂ ਮਿੱਟੀ ਦੇ ਵਿੱਚ ਬੀਜਦੇ ਹਾਂ, ਉਹ ਹੁੰਦੇ ਹਨ ਸੀਡ, ਬੀਜ। ਬਹੁਤ ਸਾਰੇ ਪੌਦੇ ਨੇ ਜਿਨ੍ਹਾਂ ਦੇ ਬੀਜ ਵੀ ਅਸੀਂ ਭੋਜਨ ਦੇ ਰੂਪ ਦੇ ਵਿੱਚ ਵਰਤਦੇ ਹਾਂ ਤੇ ਇਹਨਾਂ ਪੌਦਿਆਂ ਦੇ ਵਿੱਚੋਂ ਜਿਹੜਾ ਭਾਗ ਨੂੰ ਅਸੀਂ ਖਾਣੇ ਦੇ ਰੂਪ ਵਿੱਚ ਵਰਤ ਸਕਦੇ ਹਾਂ ਜਾਂ ਜਿਸ ਨੂੰ ਅਸੀਂ ਖਾਂਦੇ ਹਾਂ, ਉਸ ਨੂੰ ਅਸੀਂ ਈਟੇਬਲ ਪਾਰਟ, ਐਡੀਬਲ ਪਾਰਟ ਜਾਂ ਫਿਰ ਖਾਣ ਯੋਗ ਭਾਗ ਕਹਿੰਦੇ ਹਾਂ। ਚੌਥਾ ਪ੍ਰਸ਼ਨ, ਅੰਬ ਦੇ ਪੌਦੇ ਦਾ ਕਿਹੜਾ ਭਾਗ ਖਾਣ ਯੋਗ ਹੁੰਦਾ ਹੈ? ਅੰਬ ਦਾ ਪੌਦਾ, ਨਾਮ ਤੋਂ ਹੀ ਸਮਝ ਲੱਗ ਰਹੀ ਹੈ ਅੰਬ। ਅੰਬ ਕੀ ਹੁੰਦਾ ਹੈ? ਆਓ ਪਹਿਲਾਂ ਚਿੱਤਰ 'ਚ ਦੇਖਦੇ ਹਾਂ। ਇਸ ਚਿੱਤਰ ਦੇ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਇੱਕ ਅੰਬ ਦਾ ਬਹੁਤ ਵੱਡਾ ਦਰਖਤ ਹੈ, ਜਿਹਦੇ ਤੇ ਸਾਫ਼ ਸਪਸ਼ਟ ਕੁਝ ਫਲ ਲੱਗੇ ਦਿਖਾਈ ਦੇ ਰਹੇ ਹਨ। ਇਹ ਫਲ ਕੁਝ ਹੋਰ ਨਹੀਂ, ਅੰਬ ਹੀ ਹਨ। ਤੇ ਇਸ ਚਿੱਤਰ ਤੋਂ ਸਾਨੂੰ ਸਮਝ ਲੱਗ ਗਈ ਹੈ ਕਿ ਅੰਬ ਦੇ ਪੌਦੇ ਦਾ ਫਲ ਖਾਣ ਯੋਗ ਹੁੰਦਾ ਹੈ। ਪ੍ਰਸ਼ਨ 5ਵਾਂ, ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਕੇਵਲ ਪੌਦਿਆਂ ਤੋਂ ਪ੍ਰਾਪਤ ਉਤਪਾਦ ਹੀ ਖਾਂਦੇ ਹਨ। ਅਸੀਂ ਦੋ ਜਾਨਵਰਾਂ ਦੇ ਨਾਮ ਪਹਿਲਾਂ ਆਪਾਂ ਇਹਨਾਂ ਦੇ ਚਿੱਤਰ ਵੇਖਦੇ ਹਾਂ। ਸਕਰੀਨ ਦੇ ਉੱਤੇ ਇੱਕ ਖਰਗੋਸ਼ ਇਧਰੋਂ ਇੱਕ ਸਾਈਡ ਤੋਂ ਦੂਸਰੀ ਸਾਈਡ ਤੇ ਜਾ ਰਿਹਾ ਹੈ। ਇੱਕ ਹੋਰ ਜਾਨਵਰ ਦੀ ਉਦਾਹਰਨ ਲੈਂਦੇ ਹਾਂ। ਬੱਕਰੀ ਹੈ, ਤੁਹਾਨੂੰ ਸਕਰੀਨ ਤੇ ਚੱਲਦੀ ਹੋਈ ਦਿਖਾਈ ਦੇ ਰਹੀ ਹੈ। ਦੋ ਉਦਾਹਰਨਾਵਾਂ ਚਿੱਤਰ ਰਹਿਤ ਸਾਨੂੰ ਸਮਝ ਲੱਗ ਗਈ ਹੈ, ਖਰਗੋਸ਼ ਅਤੇ ਬੱਕਰੀ। ਇਹ ਦੋ ਇਸ ਤਰ੍ਹਾਂ ਦੇ ਜਾਨਵਰ ਹਨ ਜੋ ਕਿ ਪੌਦੇ ਖਾਂਦੇ ਹਨ ਜਾਂ ਪੌਦਿਆਂ ਤੋਂ ਪ੍ਰਾਪਤ ਉਤਪਾਦ ਹੀ ਖਾਂਦੇ ਹਨ। ਪ੍ਰਸ਼ਨ 6ਵਾਂ, ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਕੇਵਲ ਮਾਂਸ ਹੀ ਖਾਂਦੇ ਹਨ। ਵੈਸੇ ਤੇ ਬਹੁਤ ਸਾਰੇ ਜਾਨਵਰ ਮਾਂਸ ਖਾਂਦੇ ਹਾਂ, ਪਰ ਆਪਾਂ ਕੇਵਲ ਦੋ ਜਾਨਵਰਾਂ ਦੀ ਉਦਾਹਰਨ ਲੈਂਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਸਕਰੀਨ ਤੇ ਇੱਕ ਭੇੜੀਆ ਦਿਖਾਈ ਦੇ ਰਿਹਾ ਹੈ। ਭੇੜੀਆ ਸਿਰਫ ਮਾਂਸ ਖਾਂਦਾ ਹੈ। ਝੁੰਡ ਦੇ ਵਿੱਚ ਹੋ ਕੇ ਇਹ ਆਪਣਾ ਸ਼ਿਕਾਰ ਕਰਦੇ ਹਨ ਅਤੇ ਵੰਡ ਕੇ ਮਾਂਸ ਖਾਂਦੇ ਹਨ। ਪਰ ਇੱਕ ਐਸਾ ਜਾਨਵਰ ਵੀ ਹੈ ਜੋ ਕਿ ਇਕੱਲਾ ਹੀ ਜਾਨਵਰ ਨੂੰ ਮਾਰ ਕੇ ਖਾਂਦਾ ਹੈ, ਔਰ ਜੰਗਲ ਦਾ ਸ਼ੇਰ, ਰਾਜਾ। ਇਹ ਵੀ ਆਪ ਜੀ ਸਭ ਜਾਣਦੇ ਹੋ ਕਿ ਕੇਵਲ ਮਾਂਸ ਹੀ ਖਾਂਦਾ ਹੈ। ਤਾਂ ਸਾਡਾ ਉੱਤਰ ਸਪਸ਼ਟ ਹੈ ਜੀ, ਭੇੜੀਆ ਅਤੇ ਸ਼ੇਰ। ਪ੍ਰਸ਼ਨ 7, ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਭੋਜਨ ਲਈ ਪੌਦਿਆਂ ਅਤੇ ਜੰਤੂਆਂ ਦੋਵਾਂ ਉੱਪਰ ਨਿਰਭਰ ਕਰਦੇ ਹਨ। ਇਸ ਪ੍ਰਸ਼ਨ ਨੂੰ ਸਮਝਣ ਤੋਂ ਪਹਿਲਾਂ ਮੈਂ ਆਪ ਜੀ ਨੂੰ ਜੋ ਪਹਿਲੀਆਂ ਦੋ ਪ੍ਰਸ਼ਨ ਸਮਝਾਏ ਹਨ। ਪਹਿਲਾ ਪ੍ਰਸ਼ਨ ਸੀ ਜੋ ਪੌਦੇ ਖਾਣ ਵਾਲੇ, ਅਸੀਂ ਉਹਨਾਂ ਨੂੰ ਸ਼ਾਕਾਹਾਰੀ ਜਾਂ ਹਰਬੀਵੋਰਸ ਕਹਿੰਦੇ ਹਾਂ। ਜਿਹੜੇ ਜਾਨਵਰ ਕੇਵਲ ਮਾਂਸ ਖਾਂਦੇ ਹਨ, ਉਹਨਾਂ ਨੂੰ ਅਸੀਂ ਕਾਰਨੀਵੋਰਸ ਜਾਂ ਸ਼ਾਕਾਹਾਰੀ ਕਹਿੰਦੇ ਹਾਂ। ਨਹੀਂ, ਮਾਸਾਹਾਰੀ ਕਹਿੰਦੇ ਹਾਂ। ਹੁਣ ਦੋ ਜਾਨਵਰ ਐਸੇ ਨਾਮ ਦੱਸੋ ਜਿਹੜੇ ਜਾਨਵਰ ਕੇਵਲ ਮਾਂਸ ਅਤੇ ਜੰਤੂ ਦੋਵੇਂ ਖਾਂਦੇ ਹਨ। ਇਹਨਾਂ ਨੂੰ ਅਸੀਂ ਸਰਬ-ਆਹਾਰੀ ਕਹਿੰਦੇ ਹਾਂ। ਸਰਬ-ਆਹਾਰੀ ਜਾਨਵਰਾਂ ਦੀ ਉਦਾਹਰਨ ਸਮਝਣ ਲਈ ਆਓ ਪਹਿਲਾਂ ਇੱਕ ਚਿੱਤਰ ਦੇਖਦੇ ਹਾਂ। ਕਾਂ ਉੱਡਦਾ ਹੋਇਆ ਸਕਰੀਨ ਤੇ ਦਿਖਾਈ ਦੇ ਰਿਹਾ ਹੈ। ਇਹ ਕਾਂ ਜੰਤੂ ਅਤੇ ਪੌਦੇ ਦੋਨਾਂ ਤੋਂ ਭੋਜਨ ਪ੍ਰਾਪਤ ਕਰਦਾ ਹੈ। ਇੱਕ ਹੋਰ ਉਦਾਹਰਨ ਲੈਂਦੇ ਹਾਂ। ਰਿੱਛ ਸਕਰੀਨ ਤੇ ਹੋਏ ਦੌੜਦਾ ਦਿਖਾਈ ਦੇ ਰਿਹਾ ਹੈ। ਰਿੱਛ ਵੀ ਆਪਣਾ ਭੋਜਨ ਪੌਦੇ ਅਤੇ ਜੰਤੂਆਂ ਦੋਵਾਂ ਤੋਂ ਪ੍ਰਾਪਤ ਕਰਦਾ ਹੈ। ਤੇ ਇਹ ਸਾਡੇ ਦੋ ਸਰਬ-ਆਹਾਰੀ ਜੀਵ ਹਨ, ਕਾਂ ਅਤੇ ਰਿੱਛ। ਪ੍ਰਸ਼ਨ 12 ਊੜਾ, ਸਮੱਗਰੀ ਕੀ ਹੁੰਦੀ ਹੈ? ਸਮੱਗਰੀ ਉਸੇ ਨੂੰ ਹੀ ਕਹਿੰਦੇ ਹਾਂ ਜਿਸ ਤੋਂ ਆਪਾਂ ਭੋਜਨ ਤਿਆਰ ਕਰਦੇ ਹਾਂ। ਭੋਜਨ ਪਦਾਰਥਾਂ ਨੂੰ ਤਿਆਰ ਕਰਨ ਲਈ ਲੋੜੀਂਦੀਆਂ ਵਸਤੂਆਂ ਨੂੰ ਸਮੱਗਰੀ ਕਹਿੰਦੇ ਹਨ। ਜਿਵੇਂ ਕਿ ਆਪਾਂ ਥੋੜੀ ਦੇਰ ਪਹਿਲਾਂ ਖੀਰ ਦੀ ਉਦਾਹਰਨ ਸਮਝੀ ਸੀ। ਖੀਰ ਨੂੰ ਬਣਾਉਣ ਵਾਸਤੇ ਚਾਵਲ ਚਾਹੀਦੇ ਹੈ, ਦੁੱਧ ਚਾਹੀਦਾ ਹੈ,
ਖੰਡ ਚਾਹੀਦਾ ਹੈ, ਔਰ ਇਸ ਸਮੱਗਰੀ ਨੂੰ ਇੰਗਲਿਸ਼ 'ਚ ਅਸੀਂ ਇੰਗਰੀਡੀਐਂਟਸ ਕਹਿੰਦੇ ਹਾਂ। ਪ੍ਰਸ਼ਨ 12 ਐੜਾ। ਦੁੱਧ ਤੋਂ ਬਣਾਏ ਜਾਂਦੇ ਕੋਈ 3 ਉਤਪਾਦਾਂ ਦੇ ਨਾਮ ਲਿਖੋ। ਦੁੱਧ। ਦੁੱਧ ਸਾਨੂੰ ਗਾਂ ਤੋਂ, ਮੱਝ ਤੋਂ, ਬੱਕਰੀ ਤੋਂ ਪ੍ਰਾਪਤ ਹੁੰਦਾ ਹੈ ਅਤੇ ਦੁੱਧ ਤੋਂ ਅਸੀਂ ਅੱਗੇ ਕੀ ਬਣਾ ਸਕਦੇ ਹਾਂ? ਮੱਖਣ ਬਣਾ ਸਕਦੇ ਹਾਂ, ਪਨੀਰ ਬਣਾ ਸਕਦੇ ਹਾਂ ਅਤੇ ਗਰਮੀਆਂ ਦੇ ਵਿੱਚ ਖਾਣ ਵਾਲੀ ਚੀਜ਼ ਆਈਸਕ੍ਰੀਮ ਵੀ ਬਣਾ ਸਕਦੇ ਹਾਂ। ਅਸੀਂ ਆਈਸਕ੍ਰੀਮ ਖਾ ਰਹੇ ਹਾਂ, ਅਸਲ ਵਿੱਚ ਇਹ ਦੁੱਧ ਦਾ ਹੀ ਰੂਪ ਹੈ। ਪਨੀਰ ਮੱਖਣ ਵੀ ਦੁੱਧ ਦਾ ਰੂਪ ਹੈ ਅਤੇ ਇਹ ਉਤਪਾਦ ਸਾਨੂੰ ਦੁੱਧ ਤੋਂ ਪ੍ਰਾਪਤ ਹੁੰਦੇ ਹਨ। ਪ੍ਰਸ਼ਨ 12 ਐੜੇ ਦਾ ਉੱਤਰ ਹੋਏਗਾ ਸਾਡੇ ਕੋਲ ਮੱਖਣ, ਪਨੀਰ ਅਤੇ ਆਈਸਕ੍ਰੀਮ। ਪ੍ਰਸ਼ਨ 12 ਈੜੀ। ਭੋਜਨ ਪਦਾਰਥਾਂ ਵਿੱਚ ਮਸਾਲੇ ਵਜੋਂ ਵਰਤੇ ਜਾਂਦੇ ਕੋਈ 2 ਬੀਜਾਂ ਦੇ ਨਾਮ ਦੱਸੋ। ਮਸਾਲੇ ਅਸੀਂ ਸਬਜ਼ੀ ਨੂੰ ਸਵਾਦ ਬਣਾਉਣ ਵਾਸਤੇ ਮਸਾਲਿਆਂ ਦੀ ਭਰਪੂਰ ਵਰਤੋਂ ਕਰਦੇ ਹਾਂ। ਕੋਈ 2 ਬੀਜਾਂ ਦੇ ਨਾਮ, ਇੱਕ ਧਨੀਆ ਅਤੇ ਇੱਕ ਜੀਰਾ। ਪ੍ਰਸ਼ਨ 13 ਊੜਾ। ਬੀਜ ਮਨੁੱਖੀ ਭੋਜਨ ਦਾ ਮੁੱਖ ਸਰੋਤ ਕਿਵੇਂ ਹਨ? ਅਸੀਂ ਬਹੁਤ ਸਾਰੇ ਬੀਜ ਹਨ ਜਿਹੜੇ ਬੀਜਾਂ ਨੂੰ ਅਸੀਂ ਖਾਂਦੇ ਹਾਂ ਆਪਣੇ ਭੋਜਨ ਦੇ ਰੂਪ ਦੇ ਵਿੱਚ। ਇਸ ਦੇ ਉੱਤਰ ਤੋਂ ਹੀ ਸਪਸ਼ਟ ਹੈ, ਬੀਜਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਭੋਜਨ ਬਣਾਉਣ ਲਈ ਵਰਤਿਆ ਜਾਂਦਾ ਹੈ। ਬੀਜਾਂ ਨੂੰ ਦਾਲਾਂ, ਅਨਾਜ ਅਤੇ ਮਸਾਲੇ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ, ਜਿਸ ਕਰਕੇ ਬੀਜ ਮਨੁੱਖੀ ਭੋਜਨ ਦਾ ਮੁੱਖ ਸਰੋਤ ਹਨ। ਅਸੀਂ ਜਿੰਨੀਆਂ ਵੀ ਦਾਲਾਂ ਖਾਂਦੇ ਹਾਂ ਉਹ ਸਾਰੇ ਪੌਦਿਆਂ ਤੋਂ ਪ੍ਰਾਪਤ ਹੁੰਦੀ ਹੈ। ਅਨਾਜ, ਕਣਕ, ਆਟਾ, ਚਾਵਲ, ਮੱਕੀ ਅਨਾਜ ਦੇ ਰੂਪ 'ਚ ਖਾਧੇ ਜਾਂਦੇ ਹਨ। ਬਹੁਤ ਸਾਰੇ ਭਰਪੂਰ ਮਸਾਲੇ ਵਰਤੇ ਜਾਂਦੇ ਹਨ। ਇਹ ਸਾਰਿਆਂ ਦਾ ਸਰੋਤ ਮੁੱਖ ਤੌਰ ਤੇ ਬੀਜ ਅਤੇ ਬੀਜ ਕਿੱਥੋਂ ਪ੍ਰਾਪਤ ਹੁੰਦੇ ਹਨ? ਪੌਦਿਆਂ ਤੋਂ। ਪ੍ਰਸ਼ਨ 13 ਐੜਾ। ਜੀਵਤ ਪ੍ਰਾਣੀਆਂ ਲਈ ਭੋਜਨ ਦੀ ਕੀ ਮਹੱਤਤਾ ਹੈ? ਅਸੀਂ ਭੋਜਨ ਕਿਉਂ ਖਾਂਦੇ ਹਾਂ? ਇਹ ਤੇ ਅਸੀਂ ਪਹਿਲਾਂ ਹੀ ਸਟਾਰਟ ਵਿੱਚ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਕਿ ਸਾਰੇ ਜੀਵਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਕਿਰਿਆਵਾਂ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ, ਔਰ ਊਰਜਾ ਦਾ ਮੁੱਖ ਸਰੋਤ ਜਾਂ ਸੋਮਾ ਭੋਜਨ ਹੀ ਹੈ। ਭੋਜਨ ਖਾਵਾਂਗੇ ਤੇ ਤਾਕਤ ਆਏਗੀ, ਤਾਕਤ ਆਏਗੀ ਤਾਂ ਅਸੀਂ ਆਪਣੀਆਂ ਰੋਜ਼ਾਨਾ ਦੀਆਂ ਕਈ ਕਿਸਮਾਂ ਦੀਆਂ ਕਿਰਿਆਵਾਂ ਕਰ ਸਕਦੇ ਹਾਂ। ਅਗਰ ਅਸੀਂ ਬਹੁਤ ਵਧੀਆ ਪੜ੍ਹਾਈ ਕਰਨੀ ਹੈ ਤੇ ਸਾਨੂੰ ਬਹੁਤ ਹੀ ਵਧੀਆ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਤਾਂ ਜੋ ਸਾਨੂੰ ਊਰਜਾ ਮਿਲੇ ਅਤੇ ਉਸ ਊਰਜਾ ਦੇ ਨਾਲ ਅਸੀਂ ਆਪਣੀ ਬਹੁਤ ਹੀ ਮਿਹਨਤ ਨਾਲ ਪੜ੍ਹਾਈ ਕਰ ਸਕੀਏ। ਪ੍ਰਸ਼ਨ 13 ਈੜੀ। ਜਾਨਵਰਾਂ ਤੋਂ ਪ੍ਰਾਪਤ ਕੀਤੇ ਜਾਣ ਵਾਲੇ ਕੋਈ 2 ਭੋਜਨ ਪਦਾਰਥਾਂ ਬਾਰੇ ਸੰਖੇਪ ਵਿੱਚ ਲਿਖੋ। ਐਸੇ 2 ਭੋਜਨ ਦੇ ਨਾਮ ਲਿਖੋ ਜੋ ਭੋਜਨ ਸਾਨੂੰ ਜਾਨਵਰਾਂ ਤੋਂ ਪ੍ਰਾਪਤ ਹੁੰਦਾ ਹੈ। ਇਸ ਦਾ ਉੱਤਰ ਤੇ ਸਪਸ਼ਟ ਹੈ, ਦੁੱਧ। ਦੁੱਧ ਸਾਨੂੰ ਕਿੱਥੋਂ ਮਿਲਦਾ ਹੈ? ਦੁੱਧ ਸਾਨੂੰ ਗਾਂ ਤੋਂ ਮਿਲਦਾ ਹੈ। ਦੁੱਧ ਸਾਨੂੰ ਮੱਝ ਤੋਂ ਪ੍ਰਾਪਤ ਹੁੰਦਾ ਹੈ ਅਤੇ ਦੁੱਧ ਸਾਨੂੰ ਬੱਕਰੀਆਂ ਤੋਂ ਪ੍ਰਾਪਤ ਹੁੰਦਾ ਹੈ। ਮੁੱਖ ਤੌਰ ਤੇ ਇਹ 3 ਸਾਡੇ ਕੋਲ ਦੁੱਧ ਅਸੀਂ ਇਹਨਾਂ 3 ਜਾਨਵਰਾਂ ਤੋਂ ਪ੍ਰਾਪਤ ਕਰਦੇ ਹਾਂ। ਜਿਨ੍ਹਾਂ ਜਾਨਵਰਾਂ ਤੋਂ ਸਾਨੂੰ ਦੁੱਧ ਮਿਲਦਾ ਹੈ ਉਹਨਾਂ ਨੂੰ ਅਸੀਂ ਇੰਗਲਿਸ਼ ਵਿੱਚ ਮਿਲਚ ਐਨੀਮਲ ਕਹਿੰਦੇ ਹਾਂ। ਦੂਸਰਾ ਸਾਡੇ ਕੋਲ ਸਰੋਤ ਹੈ ਆਂਡੇ। ਆਂਡੇ ਸਾਨੂੰ ਮੁਰਗੀਆਂ ਤੋਂ ਪ੍ਰਾਪਤ ਹੁੰਦੇ ਹਨ ਅਤੇ ਆਂਡੇ ਸਾਨੂੰ ਬੱਤਖਾਂ ਤੋਂ ਪ੍ਰਾਪਤ ਹੁੰਦੇ ਹਨ। ਇਹ 2 ਸਾਡੇ ਕੋਲ 2 ਮੁੱਖ ਸਰੋਤ ਨੇ ਆਂਡਿਆਂ ਦੇ, ਮੁਰਗੀਆਂ ਅਤੇ ਬੱਤਖਾਂ। तो इस प्रश्न का उत्तर लिखती रूप दे विच लिखण तो पहला मान लो जी एक आंडा है, इस आंडे नूं चुक के मैं ऊपर लैके गया, जदों आंडा मेरे हथों डिग पिया ते आंडा टुट गया और आंडा टुटण दे नाल साडे कोल एक सफेद रंग दा पदार्थ जिस नूं असीं अल्ब्यूमिन कहंदे हां, जिहदे तो सानूं बहुत सारी प्रोटीन प्राप्त हुंदी है। आंडे दा पीला भाग जिस नूं जर्दी जां जौक कहंदे हां और इस तो सानूं बहुत सारा फैट प्राप्त होता है, चर्बी प्राप्त होती है। उत्तर के रूप मझां, गावां, भेडां ते बकरियां तो मिलता है दुध। इस विच प्रोटीन, कार्बोहाइड्रेट, चर्बी अते विटामिन हुंदे हन। आंडे सानू मिलते हैं मुर्गियां ते बतखां तो
ਔਰ ਇਹਨਾਂ ਵਿੱਚ ਬਹੁਤ ਸਾਰੀ ਪ੍ਰੋਟੀਨ ਅਤੇ ਚਰਬੀ ਹੁੰਦੀ ਹੈ। ਪ੍ਰਸ਼ਨ 14, ਭੋਜਨ ਸੰਬੰਧੀ ਆਦਤਾਂ ਦੇ ਆਧਾਰ ਤੇ ਜਾਨਵਰਾਂ ਨੂੰ ਕਿਸ ਤਰ੍ਹਾਂ ਸ਼੍ਰੇਣੀਬੱਧ ਕੀਤਾ ਗਿਆ ਹੈ? ਉਦਾਹਰਨ ਦੇ ਕੇ ਵਿਆਖਿਆ ਕਰੋ। ਜਾਨਵਰ ਕਿਹੜਾ ਭੋਜਨ ਖਾਂਦਾ ਹੈ? ਕੀ ਉਹ ਇਕੱਲਾ ਹੀ ਪੌਦੇ ਖਾਂਦਾ ਹੈ? ਕੀ ਉਹ ਹਮੇਸ਼ਾ ਮਾंस ਖਾਂਦਾ ਹੈ? ਕੀ ਉਹ ਹਮੇਸ਼ਾ ਮਾंस ਤੇ ਪੌਦੇ ਦੋਨੋਂ ਖਾ ਸਕਦਾ ਹੈ? ਭੋਜਨ ਦੀ ਆਦਤ ਕੀ ਹੈ? ਇਕੱਲੇ ਪੌਦੇ ਖਾਣ ਦੀ, ਇਕੱਲੇ ਮਾंस ਖਾਣ ਦੀ ਜਾਂ ਦੋਨੋਂ ਖਾਣ ਦੀ? ਉਸ ਦੇ ਬੇਸ ਉੱਤੇ ਅਸੀਂ ਭੋਜਨ ਦੇ ਆਦਤਾਂ ਦੇ ਆਧਾਰ ਤੇ ਜਾਨਵਰਾਂ ਨੂੰ ਮੁੱਖ ਰੂਪ ਦੇ ਵਿੱਚ ਹੇਠ ਲਿਖੇ ਅਨੁਸਾਰ ਸ਼੍ਰੇਣੀਬੱਧ ਕੀਤਾ ਹੈ। ਸਭ ਤੋਂ ਪਹਿਲੀ ਜਿਹੜੀ ਸਾਨੂੰ ਸ਼੍ਰੇਣੀ ਪ੍ਰਾਪਤ ਹੁੰਦੀ ਹੈ ਸ਼ਾਕਾਹਾਰੀ, ਇੰਗਲਿਸ਼ ਵਿੱਚ ਹਰਬੀਵੋਰ। ਸ਼ਾਕਾਹਾਰੀ ਉਹ ਜਾਨਵਰ ਹੁੰਦੇ ਹਨ ਜਿਹੜੇ ਜਾਨਵਰ ਕੇਵਲ ਘਾਹ, ਪੌਦੇ ਅਤੇ ਪੌਦਿਆਂ ਤੋਂ ਪ੍ਰਾਪਤ ਉਤਪਾਦ ਹੀ ਖਾਂਦੇ ਹਨ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ। ਉਦਾਹਰਨ, ਗਾਂ ਆਮ ਤੌਰ ਤੇ ਪੱਠੇ ਖਾਂਦੀ ਹੈ, ਪੌਦੇ। ਬੱਕਰੀ ਘਾਹ ਖਾਂਦੀ ਹੈ, ਮੱਝ ਪੱਠੇ ਖਾਂਦੀ ਹੈ, ਪੌਦੇ। ਇਹ ਤਿੰਨ ਉਦਾਹਰਨਾਂ ਹਨ ਜੋ ਕਿ ਸਾਨੂੰ ਸਪਸ਼ਟ ਹਨ ਕਿ ਇਹ ਤਿੰਨੇ ਜੀਵ ਕੀ ਹਨ? ਸ਼ਾਕਾਹਾਰੀ। ਮਾਂਸਾਹਾਰੀ, ਜਿਨ੍ਹਾਂ ਨੂੰ ਇੰਗਲਿਸ਼ 'ਚ ਅਸੀਂ ਕਾਰਨੀਵੋਰਸ ਕਹਿੰਦੇ ਹਾਂ। ਮਾਂਸਾਹਾਰੀ, ਮਾंस ਆਹਾਰੀ, ਮਾंस ਖਾਣ ਵਾਲੇ। ਅਜਿਹੇ ਜਾਨਵਰ ਜੋ ਕੇਵਲ ਦੂਜੇ ਜਾਨਵਰਾਂ ਨੂੰ ਹੀ ਖਾਂਦੇ ਹਨ ਨੂੰ ਮਾਂਸਾਹਾਰੀ ਕਿਹਾ ਜਾਂਦਾ ਹੈ। ਉਦਾਹਰਨ ਤੇ ਆਪ ਜੀ ਨੂੰ ਸਪਸ਼ਟ ਹੈ। ਆ ਦੇਖੋ, ਜੰਗਲ ਦਾ ਰਾਜਾ ਸ਼ੇਰ ਆ ਗਿਆ। ਸ਼ੇਰ ਕੀ ਖਾਂਦਾ ਹੈ? ਮਾंस ਖਾਂਦਾ ਹੈ। ਚੀਤਾ, ਦੰਦ ਕਿੰਨੇ ਤਿੱਖੇ ਤਿੱਖੇ ਹਨ। ਇਹ ਵੀ ਕੀ ਖਾਂਦਾ ਹੈ? ਦੂਸਰੇ ਜਾਨਵਰਾਂ ਨੂੰ ਮਾਰ ਕੇ ਖਾਂਦਾ ਹੈ। ਤੀਸਰੀ ਸਾਡੇ ਕੋਲ ਜੋ ਕੈਟਾਗਰੀ ਹੈ ਉਹ ਹੈ ਸਰਬ ਆਹਾਰੀ, ਯਾਨੀ ਕਿ ਓਮਨੀਵੋਰਸ। ਸਰਬ ਸਭ ਕੁਝ, ਆਹਾਰੀ ਖਾਣ ਵਾਲੇ ਜਾਨਵਰ। ਅਜਿਹੇ ਜਾਨਵਰ ਜੋ ਪੌਦੇ ਵੀ ਖਾ ਸਕਦੇ ਹਨ, ਜਾਨਵਰ ਨੂੰ ਵੀ ਖਾ ਸਕਦੇ ਹਨ, ਉਹਨਾਂ ਦੋਵਾਂ ਤੋਂ ਭੋਜਨ ਪ੍ਰਾਪਤ ਕਰਦੇ ਹਨ ਨੂੰ ਸਰਬ ਆਹਾਰੀ ਕਿਹਾ ਜਾਂਦਾ ਹੈ। ਇਸ ਦੀ ਉਦਾਹਰਨ, ਅਸੀਂ ਮਨੁੱਖ, ਅਸੀਂ ਦਾਲ ਆਦਿ ਖਾਂਦੇ ਹਾਂ, ਪੌਦਿਆਂ ਤੋਂ ਪ੍ਰਾਪਤ ਹੁੰਦੀ ਹੈ। ਦੁੱਧ, ਆਂਡੇ, ਮੀਟ ਖਾਂਦੇ ਹਾਂ, ਜਾਨਵਰਾਂ ਤੋਂ ਪ੍ਰਾਪਤ ਹੁੰਦਾ ਹੈ। ਸੋ ਮਨੁੱਖ ਇੱਕ ਸਰਬ ਆਹਾਰੀ ਜੀਵ ਦੀ ਉਦਾਹਰਨ ਹੈ। ਦੂਸਰੀ ਉਦਾਹਰਨ ਹੈ ਭਾਲੂ, ਇਹ ਵੀ ਦੋਨੋਂ ਚੀਜ਼ਾਂ ਖਾ ਸਕਦਾ ਹੈ। ਅਤੇ ਤੀਸਰੀ ਹੈ ਕੁੱਤਾ। ਇਹੀ ਆਮ ਤੌਰ ਤੇ ਰੋਜ਼ਾਨਾ ਜੀਵਨ 'ਚ ਦੇਖਿਆ ਹੈ ਕਿ ਕੁੱਤੇ ਨੂੰ ਅਸੀਂ ਰੋਟੀ ਪਾਉਂਦੇ ਹਾਂ, ਕੁੱਤਾ ਰੋਟੀ ਖਾ ਲੈਂਦਾ ਹੈ। ਰੋਟੀ ਕਿੱਥੋਂ ਪ੍ਰਾਪਤ ਹੁੰਦੀ ਹੈ? ਪੌਦਿਆਂ ਤੋਂ। ਕੁੱਤਾ ਆਂਡੇ ਖਾ ਲੈਂਦਾ ਹੈ, ਕੁੱਤਾ ਦੁੱਧ ਪੀ ਲੈਂਦਾ ਹੈ, ਕੁੱਤਾ ਮਾंस ਖਾ ਲੈਂਦਾ ਹੈ। ਮਾंस ਕਿੱਥੋਂ ਪ੍ਰਾਪਤ ਹੁੰਦਾ ਹੈ? ਮਾंस ਪ੍ਰਾਪਤ ਹੁੰਦਾ ਹੈ ਸਾਨੂੰ ਜਾਨਵਰਾਂ ਤੋਂ। ਤਾਂ ਇੱਕ ਕੁੱਤਾ ਸਾਡੇ ਕੋਲ ਸਰਬਹਾਰੀ ਜੀਵ ਦੀ ਉਦਾਹਰਨ ਹੈ। ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਇਸ ਲੈਕਚਰ ਤੋਂ ਬਾਅਦ ਤੁਸੀਂ ਸਾਰੇ ਅਭਿਆਸ ਦੇ ਪ੍ਰਸ਼ਨ ਉੱਤਰਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ। ਹੁਣ ਤੁਸੀਂ ਇਹ ਸਾਰੇ ਪ੍ਰਸ਼ਨ ਉੱਤਰ ਆਪਣੀ ਕਾਪੀ ਤੇ ਲਿਖਣੇ ਹਨ ਅਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਯਾਦ ਕਰਨਾ ਹੈ। ਸਤਿ ਸ੍ਰੀ ਅਕਾਲ।